ਕਰਮਾਂ ਤੋਂ ਜੋ ਸੰਸਕਾਰ ਬਣਦੇ ਨੇ ਉਹ ਇਕੱਠੇ ਹੋ ਕੇ ਮਨ ਦਾ ਸੁਭਾਅ ਬਣ ਜਾਂਦਾ ਹੈ। ਫਿਰ ਆਪਣੇ ਮਨ ਦੇ ਸੁਭਾਅ ਮੁਤਾਬਕ ਮਨੁੱਖ ਚੱਲਦਾ ਹੈ, ਕਿਉਂਕਿ ਮਨ ਪ੍ਰੇਰਦਾ, ਮਨ ਨੇ ਪ੍ਰੇਰਨਾ ਚੰਗੇ ਪਾਸੇ ਵੀ ਤੇ ਮਨ ਨੇ ਪ੍ਰੇਰਨਾ ਮਾੜੇ ਪਾਸੇ ਵੀ। ਮਨ ਅੰਦਰੀ ਖਿਆਲ ਪੈਦਾ ਹੁੰਦੇ ਨੇ, ਚੰਗੇ ਖਿਆਲ ਵੀ ਤੇ ਮਾੜੇ ਖਿਆਲ ਵੀ। ਹੁਣ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ, ਪੁਰਬਲੇ ਕਰਮ ਕਰਕੇ ਆਏ ਆ, ਜਿਸ ਤਰ੍ਹਾਂ ਦੇ ਕਰਮ ਕਰ ਰਹੇ ਆ, ਇਹ ਕਰਮਾਂ ਰੂਪੀ ਜੋ ਸੰਸਕਾਰ ਜਦੋਂ ਇਕੱਤਰ ਹੁੰਦੇ ਨੇ, ਇਹਨਾਂ ਦਾ ਜੋ ਇਕੱਠਾ ਸਮੂਹ ਮਨ ਦਾ ਸੁਭਾਅ ਬਣ ਜਾਂਦਾ ਹੈ। ਜੇ ਆਚਰਣ ਸ਼ੁੱਧ ਹੈ, ਚੰਗੇ ਕਰਮ ਕੀਤੇ ਨੇ ਤੇ ਮਨ ਅੰਦਰ ਚੰਗੇ ਖਿਆਲ ਪੈਦਾ ਹੁੰਦੇ ਨੇ, ਮਨ ਚੰਗੇ ਪਾਸੇ ਤੁਰਨ ਨੂੰ ਕਹਿੰਦਾ ਹੈ। ਜੇ ਆਚਰਣ ਮਾੜਾ ਹੈ, ਕਰਮ ਮਾੜੇ ਕੀਤੇ ਨੇ, ਫਿਰ ਮਨ ਅੰਦਰ ਖਿਆਲ ਵੀ ਮਾੜੇ ਪੈਦਾ ਹੁੰਦੇ ਨੇ। ਫਿਰ ਮਨੁੱਖ ਮਾੜਾ ਸੋਚਦਾ, ਮਾੜਾ ਵੇਖਦਾ, ਮਾੜਾ ਕਰਦਾ। ਹਰ ਵਕਤ ਉਸ ਤਰ੍ਹਾਂ ਦੇ ਖਿਆਲ ਮਨ ਅੰਦਰ ਬਣੇ ਰਹਿੰਦੇ ਨੇ। ਪਰ ਜੇ ਆਚਰਣ ਚੰਗਾ ਹੈ, ਕਰਮ ਚੰਗੇ ਕੀਤੇ ਨੇ, ਚੰਗੇ ਕਰਮ ਕਰਕੇ ਆਏ, ਗੁਰੂ ਦੇ ਨਾਲ ਸਾਂਝ ਹੈ, ਗੁਰੂ ਦੇ ਨਾਲ ਪਿਆਰ ਹੈ, ਫਿਰ ਮਨੁੱਖ ਚੰਗਾ ਸੋਚਦਾ, ਚੰਗਾ ਕਰਦਾ। ਹਰ ਵਕਤ ਚੰਗੇ ਖਿਆਲ ਮਨ ਅੰਦਰ ਚੱਲਦੇ ਨੇ, ਕਿਉਂਕਿ ਗੁਰੂ ਸਾਹਿਬ ਨੇ ਪਹਿਲੇ ਸਮਝਾ ਦਿੱਤਾ ਹੈ ਵੀ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ। ਵੀ ਜਿਹੜਾ ਤੇਰਾ ਆਚਰਣ ਹੈ ਉਹ ਕਾਗਜ਼ ਹੈ ਤੇ ਮਨ ਸਿਆਹੀ ਵਾਲੀ ਦਵਾਤ ਹੈ, ਤੇ ਆਚਰਣ ਰੂਪੀ ਸਿਆਹੀ ਦੇ ਨਾਲ ਭਾਈ ਤੇਰੇ ਲੇਖ ਲਿਖੇ ਜਾ ਰਹੇ ਨੇ, ਚੰਗੇ ਵੀ ਤੇ ਮਾੜੇ ਵੀ। ਫਿਰ ਪੰਕਤੀ ਸੁਣਿਓ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਵਾਹਿਗੁਰੂ ਜਿਵੇਂ ਜਿਵੇਂ ਪੁਰਬਲੇ ਕਰਮਾਂ ਰੂਪੀ ਸੰਸਕਾਰ ਮਨੁੱਖ ਨੂੰ ਚਲਾਉਂਦੇ ਨੇ, ਮਨੁੱਖ ਚੱਲਦਾ ਹੈ। ਪਰ ਵਾਹਿਗੁਰੂ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ, ਤੋ ਗੁਣ ਨਾਹੀ ਅੰਤ ਹਰੇ। ਹੇ ਹਰੀ ਵਾਹਿਗੁਰੂ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਿਆ, ਤੂੰ ਬੇਅੰਤ ਹੈ। ਚਿਤ ਚੇਤਸ ਕੀ ਨਹੀਂ ਬਾਵਰਿਆ। ਬਾਵਰਿਆ ਤੋਂ ਭਾਵ ਹੈ ਕਮਲਾ। ਇਹ ਕਮਲੇ ਮਨ, ਫਿਰ ਤੂੰ ਪਰਿਪੂਰਨ ਪਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ? ਕਿਉਂਕਿ ਸ਼ੁਭ ਕਰਮ ਹੈ ਪਰਮਾਤਮਾ ਨੂੰ ਯਾਦ ਕਰਨਾ। ਪਰਮਾਤਮਾ ਨੂੰ ਯਾਦ ਕਰਾਂਗੇ, ਸਿਫਤ ਸਲਾਹ ਕਰਾਂਗੇ, ਆਚਰਣ ਸ਼ੁੱਧ ਬਣੇਗਾ। ਤੇ ਚੰਗੇ ਆਚਰਣ ਦੇ ਨਾਲ ਜੋ ਚੰਗੇ ਸੰਸਕਾਰ ਪੈਦਾ ਹੋਣਗੇ, ਚੰਗੇ ਲੇਖ ਲਿਖੇ ਜਾਣਗੇ, ਤੇ ਮਨੁੱਖ ਆਪਣੇ ਕੀਤੇ ਹੋਏ ਜੋ ਚੰਗੇ ਕਰਮਾਂ ਦੇ ਸਦਕਾ ਜੋ ਆਚਰਣ ਬਣਦਾ ਹੈ, ਉਸ ਤਰ੍ਹਾਂ ਦਾ ਫਿਰ ਜੀਵਨ ਬਤੀਤ ਕਰਦਾ ਹੈ। ਕਿਉਂਕਿ ਬਾਣੀ ਪੜ੍ਹ ਕੇ ਚੰਗੇ ਗੁਣ ਪੈਦਾ ਹੋਣੇ ਨੇ, ਮਨੁੱਖ ਦਾ ਆਚਰਣ ਚੰਗਾ ਹੋਣਾ ਹੈ। ਜਿਹਦਾ ਆਚਰਣ ਚੰਗਾ ਹੋ ਗਿਆ, ਜਿਹਦੀ ਕਰਨੀ ਚੰਗੀ ਹੈ, ਕਰਨੀ ਨੇਕ ਹੈ, ਉਹ ਫਿਰ ਕਦੇ ਵੀ ਪਰਮਾਤਮਾ ਤੋਂ ਦੂਰ ਨਹੀਂ ਹੁੰਦਾ, ਤੇ ਨਾ ਹੀ ਮਾੜਾ ਕਰਮ ਕਰਦਾ ਤੇ ਨਾ ਹੀ ਮਾੜਾ ਸੋਚਦਾ ਹੈ। ਇਸ ਕਰਕੇ ਆਖਦੇ ਨੇ, ਐ ਮਨ ਚਿਤ ਚੇਤਸ ਕੀ ਨਹੀਂ ਬਵਰਿਆ। ਹੇ ਮੇਰੇ ਕਮਲੇ ਮਨ, ਤੂੰ ਮਾਲਕ ਪਰਿਪੂਰਨ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਉਹਨੂੰ ਯਾਦ ਕਰਿਆ ਕਰ। ਜੇ ਯਾਦ ਨਹੀਂ ਕਰੇਗਾ, ਅੱਗੇ ਆਖਦੇ ਨੇ, ਹਾਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਵੀ ਪਰਮਾਤਮਾ ਨੂੰ ਭੁਲਾ ਦੇਗਾ, ਤੇਰੇ ਮਨ ਅੰਦਰੋਂ ਚੰਗੇ ਗੁਣ ਖਤਮ ਹੋ ਜਾਣਗੇ, ਚੰਗਿਆਈਆਂ ਖਤਮ ਹੋ ਜਾਣਗੀਆਂ। ਜੋ ਚੰਗੀ ਸੋਚ ਹੈ, ਤੂੰ ਚੰਗਾ ਚਿਤਵਦਾ ਹੈ, ਚੰਗੇ ਪਾਸੇ ਤੁਰਦਾ, ਚੰਗੇ ਕਰਮ ਕਰਦਾ, ਇਹ ਸਾਰੀਆਂ ਤੇਰੀਆਂ ਚੰਗਿਆਈਆਂ ਭਾਈ ਖਤਮ ਹੋ ਜਾਣਗੀਆਂ। ਤੇ ਚੰਗੇ ਗੁਣਾਂ ਦੇ ਥਾਂ ਤੇ ਤੇਰੇ ਮਨ ਅੰਦਰ ਭਾਈ ਔਗਣ ਆ ਪੈਦਾ ਹੋਣਗੇ। ਤੇ ਜਦੋਂ ਮਨੁੱਖ ਫਿਰ ਔਗਣਾਂ ਦੇ ਨਾਲ ਭਰ ਜੇ, ਵਿਕਾਰੀ ਬਣ ਜਾਂਦਾ ਹੈ, ਤੇ ਵਿਕਾਰਾਂ ਦੇ ਵਸ ਹੋ ਕੇ ਫਿਰ ਮਨੁੱਖ ਜਿਹੜੇ ਕਰਮ ਕਰਦਾ ਹੈ, ਉਹ ਸੰਸਾਰ ਤੇ ਵੀ ਦੁਤਕਾਰਿਆ ਜਾਂਦਾ ਹੈ, ਤੇ ਪਰਮਾਤਮਾ ਦੇ ਦਰਬਾਰ ਵਿੱਚ ਗਿਆ ਵੀ ਉਹਨੂੰ ਉੱਥੇ ਜਮਾਂ ਦੀ ਮਾਰ ਸਹਿੜਨੀ ਪੈਂਦੀ ਹੈ। ਰਾਹ ਜਾਲੀ ਰੈਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਹੁਣ ਗੁਰੂ ਸਾਹਿਬ ਆਖਦੇ ਨੇ, ਭਾਈ ਜਿਹੜਾ ਤੇਰਾ ਦਿਨ ਹੈ ਪਰਮਾਤਮਾ ਦੀ ਯਾਦ ਤੋਂ ਬਗੈਰ ਜੇਕਰ ਬਤੀਤ ਹੋ ਰਿਹਾ ਹੈ, ਤੇਰੀ ਰਾਤ ਪਰਮਾਤਮਾ ਦੀ ਯਾਦ ਤੋਂ ਬਗੈਰ ਬਤੀਤ ਹੋ ਰਹੀ ਹੈ, ਇਹ ਮਾਨੋ ਤੂੰ ਮੋਹ ਮਾਇਆ ਵਿੱਚ ਫਸਦਾ ਜਾ ਰਿਹਾ। ਇਹ ਮਾਨੋ ਮੋਹ ਮਾਇਆ ਦਾ ਜਾਲ ਹੈ ਜੋ ਤੇਰੇ ਉੱਤੇ ਪੈ ਰਿਹਾ ਹੈ। ਜਾਲੀ ਰੈਣ, ਰੈਣ ਤੋਂ ਭਾਵ ਹੈ ਰਾਤ।
ਵੀ ਪਰਮਾਤਮਾ ਨੂੰ ਭੁਲਾ ਕੇ ਜੋ ਜੀਵਨ ਬਤੀਤ ਕਰਨਾ ਹੈ, ਇਹ ਮੋਹ ਮਾਇਆ ਦਾ ਜਾਲ ਆਖਦੇ ਨੇ ਤੇਰੇ ਤੇ ਪ੍ਰਬਲ ਹੁੰਦਾ ਜਾ ਰਿਹਾ। ਜਾਲੀ ਰਹਿਣ ਜਾਲ ਦਿਨ ਹੁਆ, ਤੇ ਦਿਨ ਚੜਿਆ ਦਿਨ ਵਿੱਚ ਵੀ ਮੋਹ ਮਾਇਆ ਰੂਪੀ ਜਾਲ ਆਖਦੇ ਨੇ ਤੇਰੇ ਤੇ ਪੈ ਗਿਆ ਭਾਈ। ਜੇਤੀ ਘੜੀ ਫਾਹੀ ਤੇਤੀ, ਵੀ ਜਿਹੜੀ ਵੀ ਘੜੀ, ਪਹਿਲਾਂ ਰਾਤ ਦੀ ਗੱਲ ਕੀਤੀ, ਦਿਨ ਦੀ ਗੱਲ ਕੀਤੀ, ਹੁਣ ਗੁਰੂ ਸਾਹਿਬ ਹੋਰ ਬਰੀਕੀ ਵਿੱਚ ਜਾ ਕੇ ਸਮਝਾ ਰਹੇ ਨੇ ਵੀ ਜਿਹੜੀ ਵੀ ਘੜੀ ਪਰਮਾਤਮਾ ਦੀ ਯਾਦ ਤੋਂ ਬਗੈਰ ਬਤੀਤ ਹੁੰਦੀ ਹੈ, ਉਹ ਤੇਰੇ ਗਾਲ ਵਿੱਚ ਫਾਹੀ ਹੈ। ਜੇਤੀ ਘੜੀ ਫਾਹੀ ਤੇਤੀ, ਜਿਹੜੀ ਵੀ ਘੜੀ ਪਰਮਾਤਮਾ ਦੀ ਯਾਦ ਤੋਂ ਬਗੈਰ ਭਾਈ ਤੂੰ ਬਤੀਤ ਕਰ ਰਹੇ ਹੈ, ਉਹ ਤੇਰੀ ਬਿਰਥੀ ਹੈ, ਤੇ ਉਹ ਤੇਰੇ ਗਾਲ ਵਿੱਚ ਮਾਨੋ ਮੋਹ ਮਾਇਆ ਦੀ ਫਾਹੀ ਤੇਰੇ ਗਾਲ ਵਿੱਚ ਪੈ ਰਹੀ ਹੈ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਨ ਗੁਣੀ। ਵੀ ਦੁਨਿਆਵੀ ਪਦਾਰਥਾਂ ਰੂਪੀ ਚੋਗੇ ਨੂੰ ਤੂੰ ਭਾਈ ਬੜਾ ਰਸ ਲੈ ਕੇ ਚੁਗ ਰਿਹਾ ਹੈ, ਬੜਾ ਆਨੰਦ ਮਾਣ ਰਿਹਾ ਦੁਨਿਆਵੀ ਪਦਾਰਥਾਂ ਦਾ। ਇਸ ਮੋਹ ਮਾਇਆ ਦੇ ਜਾਲ ਵਿੱਚ ਭਾਈ ਤੂੰ ਨਿਤ ਫਸਦਾ ਜਾ ਰਿਹਾ ਹੈ। ਛੂਟਸ ਮੂੜੇ ਕਵਨ ਗੁਣੀ, ਐ ਮੂਰਖ ਕਿਹੜੇ ਗੁਣਾ ਕਰਕੇ ਤੂੰ ਇਸ ਜਾਲ ਵਿੱਚੋਂ ਬਾਹਰ ਨਿਕਲੇਗਾ। ਵੀ ਜਿਹੜਾ ਜਾਲ ਜਿਹਦੇ ਵਿੱਚ ਤੂੰ ਫਸ ਗਿਆ, ਇਸ ਮੋਹ ਮਾਇਆ ਵਿੱਚੋਂ ਬਾਹਰ ਕਿਵੇਂ ਨਿਕਲੇਗਾ, ਕਿਹੜੇ ਗੁਣ ਕਰਕੇ? ਕਿਉਂਕਿ ਚੰਗੇ ਗੁਣ ਤੂੰ ਧਾਰਨ ਨਹੀਂ ਕੀਤੇ, ਪਰਮਾਤਮਾ ਨੂੰ ਤੂੰ ਭਾਈ ਯਾਦ ਨਹੀਂ ਕੀਤਾ। ਨਾ ਯਾਦ ਕਾਰਨ ਕਰਕੇ ਤੇਰੇ ਤੇ ਮੋਹ ਮਾਇਆ ਦਾ ਜਾਲ ਪਿਆ। ਚੰਗੇ ਗੁਣ ਹੁੰਦੇ, ਸ਼ੁਭ ਗੁਣਾਂ ਦਾ ਤੂੰ ਧਾਰ ਨਹੀਂ ਹੁੰਦਾ, ਪਰਮਾਤਮਾ ਦੀ ਯਾਦ ਤੇਰੇ ਹਿਰਦੇ ਵਿੱਚ ਹੁੰਦੀ ਤੇ ਮੋਹ ਮਾਇਆ ਤੋਂ ਨਿਰਲੇਪ ਰਹਿੰਦਾ। ਚੰਗੇ ਗੁਣ ਤੇਰੇ ਵਿੱਚ ਹੈ ਕੋਈ ਨਹੀਂ। ਗੁਰੂ ਸਾਹਿਬ ਆਖਦੇ ਨੇ ਭਾਈ ਫਿਰ ਇਸ ਮੋਹ ਮਾਇਆ ਦੇ ਜਾਲ ਨੂੰ ਕਿਵੇਂ ਕੱਟੇਗਾ? ਕਿਉਂਕਿ ਗੁਰੂ ਸਾਹਿਬ ਨੇ ਬਰੀਕੀ ਵਿੱਚ ਸਮਝਾ ਦਿੱਤਾ ਹੈ ਵੀ ਇੱਕ ਘੜੀ ਵੀ ਉਸ ਪਰਮਾਤਮਾ ਦੀ ਯਾਦ ਤੋਂ ਬਗੈਰ ਬਤੀਤ ਹੁੰਦੀ ਹੈ ਤੇ ਬਿਰਥੀ ਹੈ, ਉਹ ਲੇਖੇ ਵਿੱਚ ਨਹੀਂ। ਤੇ ਕਬੀਰ ਜੀ ਦਾ ਬਚਨ ਆਪਾਂ ਰੋਜ਼ ਪੜ੍ਹਦੇ ਹੀ ਹਾਂ। ਕਬੀਰ ਏਕ ਘੜੀ ਆਦਿ ਕਰੀ, ਆਦਿ ਹੁਣ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਵੀ ਭਾਈ ਇੱਕ ਘੜੀ ਨਹੀਂ, ਅੱਧੀ ਘੜੀ, ਅੱਧੀ ਨਾਲੋਂ ਵੀ ਅੱਧੀ ਜੇ ਮਾਲਕ ਨੂੰ ਯਾਦ ਕਰ ਲਵੇਂਗਾ, ਉਹਦੀ ਯਾਦ ਵਿੱਚ ਬਤੀਤ ਹੋ ਜਾਏਗੀ, ਉਹ ਤੇਰੇ ਲਈ ਫਾਇਦੇਮੰਦ ਹੈ, ਲਾਭਦਾਇਕ ਹੈ। ਹੁਣ ਅੱਗੇ ਗੁਰੂ ਸਾਹਿਬ ਆਖਦੇ ਨੇ, ਸਾਨੂੰ ਸਮਝਾਉਣਾ ਕੀਤਾ ਹੈ, ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਨ ਤਿਤ ਲਾਗ ਰਹੀ। ਵੀ ਜਿਹੜਾ ਸਰੀਰ ਹੈ ਮਾਨੋ ਇੱਕ ਭੱਠੀ ਹੈ ਲੋਹਾਰ ਦੀ, ਜਿਹਦੇ ਵਿੱਚ ਲੋਹੇ ਨੂੰ ਤਪਾਉਂਦਾ ਹੈ। ਸਰੀਰ ਇੱਕ ਭੱਠੀ ਹੈ, ਆਰਣ ਤੋਂ ਭਾਵ ਤੇ ਭੱਠੀ, ਕਾਇਆ ਤੋਂ ਭਾਵ ਸਰੀਰ। ਕਾਇਆ ਆਰਣ ਮਨ ਵਿੱਚ ਲੋਹਾ, ਤੇ ਜਿਹੜਾ ਮਨ ਹੈ ਉਹ ਇਸ ਭੱਠੀ ਵਿੱਚ ਪਿਆ ਹੋਇਆ ਲੋਹਾ। ਸਰੀਰ ਭੱਠੀ ਹੈ ਤੇ ਮਨ ਵਿੱਚ ਪਿਆ ਹੋਇਆ ਲੋਹਾ। ਪੰਜ ਅਗਨ ਤਿਤ ਲਾਗ ਰਹੀ, ਤੇ ਪੰਜ ਵਿਕਾਰਾਂ ਰੂਪੀ ਜਿਹੜੀ ਅਗਨ ਹੈ, ਅੱਗ ਬਲ ਰਹੀ ਹੈ, ਇਸ ਮਨ ਰੂਪੀ ਲੋਹੇ ਨੂੰ ਤਪਾ ਰਹੀ ਹੈ। ਕਹਿਣ ਤੋਂ ਭਾਵ ਵਿਕਾਰਾਂ ਦੀ ਤਪਸ ਹੈ, ਵਿਕਾਰ ਹਾਵੀ ਨੇ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਹੁਣ ਗੱਲ ਸਮਝਣ ਵਾਲੀ ਹੈ ਵੀ ਮਨ ਕਿਵੇਂ ਵਿਕਾਰਾਂ ਦੀ ਤਪਸ ਨੂੰ ਸਹਿ ਰਿਹਾ। ਵੀ ਸਰੀਰ ਇੱਕ ਭੱਠੀ ਦੇ ਨਿਆਈ, ਮਨ ਵਿੱਚ ਪਿਆ ਹੋਇਆ ਲੋਹਾ, ਤੇ ਪੰਜ ਵਿਕਾਰਾਂ ਰੂਪੀ ਅੱਗ ਬਲ ਰਹੀ ਹੈ, ਵਿਕਾਰ ਹਾਵੀ ਨੇ, ਮਨ ਤਪ ਰਿਹਾ ਹੈ। ਤੇ ਇਸ ਮਨ ਨੂੰ ਹੋਰ ਆਖਦੇ ਨੇ ਤਪਾਉਣ ਦਾ ਕੰਮ ਕਰ ਰਹੇ ਆ ਸਾਡੇ ਕੀਤੇ ਹੋਏ ਪਾਪ। ਵੀ ਅੱਗ ਤਾਂ ਬਲ ਹੀ ਰਹੀ ਹੈ, ਅੱਗ ਨੂੰ ਹੋਰ ਤੇਜ਼ ਕਰਨ ਵਾਸਤੇ ਜਿਵੇਂ ਲੋਹਾਰ ਉਹਦੇ ਵਿੱਚ ਕੋਲੇ ਪਾਉਂਦਾ ਹੈ ਵੀ ਅੱਗ ਹੋਰ ਬਲੇ, ਇਸ ਤਰ੍ਹਾਂ ਹੀ ਆਖਦੇ ਨੇ ਭਾਈ ਕੋਇਲੇ ਪਾਪ ਪੜੇ। ਵੀ ਤੇਰੇ ਕੀਤੇ ਹੋਏ ਜਿਹੜੇ ਪਾਪ ਨੇ ਕੋਇਲਿਆਂ ਦੀ ਨਿਆਈ ਇਸ ਅੱਗ ਵਿੱਚ ਪੈ ਰਹੇ ਨੇ, ਤੇ ਅੱਗ ਹੋਰ ਤੇਜ਼ ਹੋ ਰਹੀ ਹੈ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਤੇ ਮਨ ਸੜ ਰਿਹਾ ਹੈ। ਸੰਨੀ ਚਿੰਤ ਭਈ, ਸੰਨੀ ਤੋਂ ਭਾਵ ਹੈ ਸੰਡਾਸੀ, ਜਿਹਨੂੰ ਜੰਬੂਰ ਵੀ ਆਖਦੇ ਨੇ, ਜਿਹਦੇ ਨਾਲ ਲੋਹਾਰ ਲੋਹੇ ਨੂੰ ਫੜ ਕੇ ਉਹਦਾ ਪਾਸਾ ਉਲਟਾਉਂਦਾ ਹੈ। ਕਦੇ ਜਿਹੜਾ ਪਾਸਾ ਉਹਨੇ ਗਰਮ ਕਰਨਾ ਹੁੰਦਾ ਹੈ, ਇਸ ਪਾਸੋਂ ਗਰਮ ਕਰ ਲਿਆ, ਚੁੱਕ ਕੇ ਪਰਲੇ ਪਾਸੇ ਗਰਮ ਕਰ ਲਿਆ। ਸੰਨੀ ਚਿੰਤ ਭਈ ਆਖਦੇ ਨੇ ਭਾਈ ਮਨ ਤਪ ਰਿਹਾ, ਮਨ ਉੱਪਰ ਤੇਰੇ ਕੀਤੇ ਹੋਏ ਪਾਪ ਤੇ ਵਿਕਾਰਾਂ ਦੀ ਜੋ ਅੱਗ ਬਲ ਰਹੀ ਹੈ, ਉਹਦੇ ਵਿੱਚ ਤੇਰੇ ਕੀਤੇ ਹੋਏ ਪਾਪ ਕੋਇਲੇ ਦੇ ਨਿਆਈ ਕੰਮ ਕਰ ਰਹੇ ਨੇ। ਸੰਨੀ ਚਿੰਤ ਭਈ, ਤੇ ਜਿਹੜੀ ਤੇਰੀ ਮਨ ਦੀ ਜੋ ਹਾਲਤ ਹੈ ਆਖਦੇ ਨੇ ਐਸੀ ਹੈ ਜਿਵੇਂ ਲੋਹਾਰ ਜੰਬੂਰ ਦੇ ਨਾਲ
ਲੋਹੇ ਨੂੰ ਭਾਈ ਪਲਟਾਉਂਦਾ ਹੈ, ਇੱਧਰ ਉੱਧਰ ਕਰਦਾ ਹੈ, ਉਹਨੂੰ ਗਰਮ ਕਰਦਾ ਹੈ। ਇਸ ਤਰ੍ਹਾਂ ਹੀ ਆਖਦੇ ਨੇ ਭਾਈ ਤੇਰੇ ਮਨ ਦੀ ਹਾਲਤ ਬਣੀ ਹੋਈ ਹੈ, ਮਨ ਵਿਕਾਰਾਂ ਦੀ ਤਪਸ ਵਿੱਚ ਤਪ ਰਿਹਾ ਹੈ, ਤੇਰੇ ਕੀਤੇ ਹੋਏ ਪਾਪ ਹੋਰ ਮਨ ਨੂੰ ਅੱਗ ਤੇਜ਼ ਕਰ ਰਹੇ ਹੋਣ। ਪਰ ਗੁਰੂ ਸਾਹਿਬ ਆਖਦੇ ਨੇ ਫੇਰ ਵੀ ਜੇ ਮਨ ਦੀ ਇਹ ਹਾਲਤ ਹੈ, ਗੁਰੂ ਸਾਹਿਬ ਆਖਦੇ ਨੇ ਭਾਈ ਤੈਨੂੰ ਘਬਰਾਉਣ ਦੀ ਲੋੜ ਨਹੀਂ। ਭਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਮਨੂਰ ਤੋਂ ਭਾਵ ਹੈ ਸੜਿਆ ਨਿਕੰਮਾ ਬੇਕਾਰ ਲੋਹਾ, ਜਿਹੜਾ ਸੜ ਚੁੱਕਾ ਹੈ, ਬੇਕਾਰ ਹੈ, ਨਿਕੰਮਾ ਹੋ ਗਿਆ, ਕਿਸੇ ਕੰਮ ਦਾ ਨਹੀਂ। ਭਿਆ ਮਨੂਰ ਕੰਚਨ ਫਿਰ ਹੋਵੇ, ਕੰਚਨ ਤੋਂ ਭਾਵ ਹੈ ਸੋਨਾ। ਜਿਹੜਾ ਮਨ ਪਹਿਲਾਂ ਵਿਕਾਰਾਂ ਦੀ ਤਪਸ ਵਿੱਚ ਸੜ ਕੇ ਲੋਹੇ ਵਰਗਾ ਨਿਕੰਮਾ ਹੋ ਗਿਆ ਸੀ, ਜੇਕਰ ਗੁਰੂ ਮਿਲ ਜਾਵੇ, ਪੂਰੇ ਗੁਰੂ ਦੀ ਸੰਗਤ ਵਿੱਚ ਮਨੁੱਖ ਆਉਂਦਾ ਹੈ, ਜੇ ਗੁਰ ਮਿਲੈ ਤਨੇਹਾ, ਉਸ ਮਨੁੱਖ ਨੂੰ ਗੁਰੂ ਮਿਲ ਜਾਵੇ ਜਿਹਦਾ ਮਨ ਵਿਕਾਰਾਂ ਵਿੱਚ ਤਪ ਕੇ ਵਿਕਾਰਾਂ ਰੂਪੀ ਅਗਨ ਵਿੱਚ ਮਨੂਰ ਵਰਗਾ ਹੋ ਗਿਆ ਹੈ, ਵੀ ਸੜੇ ਹੋਏ ਲੋਹੇ ਵਰਗਾ ਨਿਕੰਮਾ ਬਣ ਗਿਆ ਹੈ। ਪਰ ਜੇ ਗੁਰੂ ਮਿਲਦਾ, ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਇਸ ਨਿਕੰਮੇ ਲੋਹੇ ਨੂੰ ਵੀ ਗੁਰੂ ਸੋਨਾ ਬਣਾ ਦਿੰਦਾ ਹੈ। ਕਹਿਣ ਤੋਂ ਭਾਵ ਵਿਕਾਰੀ ਮਨੁੱਖ ਵੀ ਪਾਵਨ ਪਵਿੱਤਰ ਬਣ ਜਾਂਦਾ ਹੈ। ਗੱਲ ਸਮਝਿਓ, ਗੱਲ ਸਮਝਣ ਵਾਲੀ ਹੈ ਵੀ ਜਿਹੜਾ ਲੋਹਾ ਪਹਿਲਾਂ ਨਿਕੰਮਾ ਹੋ ਗਿਆ, ਸੜ ਕੇ ਕਿਸੇ ਕੰਮ ਦਾ ਨਹੀਂ ਰਿਹਾ, ਵੀ ਜਿਹੜਾ ਮਨ, ਕਿਉਂਕਿ ਲੋਹਾ ਇੱਥੇ ਮਨ ਨੂੰ ਆਖਿਆ, ਵੀ ਜਿਹੜਾ ਮਨ ਪਹਿਲਾਂ ਵਿਕਾਰਾਂ ਕਰਕੇ, ਵਿਕਾਰ ਜਿਹਦੇ ਤੇ ਹਾਵੀ ਸੀ, ਵਿਕਾਰਾਂ ਦੀ ਤਪਸ ਕਰਕੇ ਜੋ ਸੜ ਕੇ ਸੁਆਹ ਹੋ ਗਿਆ ਸੀ, ਨਿਕੰਮਾ ਹੋ ਗਿਆ ਸੀ, ਪਰ ਗੁਰੂ ਦੀ ਸੰਗਤ ਵਿੱਚ ਆਉਣ ਕਰਕੇ ਉਹ ਲੋਹੇ ਵਰਗਾ ਮਨ ਗੁਰੂ ਫਿਰ ਉਹਨੂੰ ਕੰਚਨ ਸੋਨੇ ਵਰਗਾ ਬਣਾ ਦਿੰਦਾ ਹੈ, ਜੇ ਮਨੁੱਖ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ। ਕਹਿਣ ਤੋਂ ਭਾਵ ਵਿਕਾਰਾਂ ਦੇ ਨਾਲ ਭਰਿਆ ਹੋਇਆ ਮਨੁੱਖ, ਵਿਕਾਰੀ ਮਨੁੱਖ ਔਗਣਾਂ ਦੇ ਨਾਲ ਭਰਿਆ ਹੋਇਆ ਵੀ ਜੇਕਰ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਕਿਰਪਾ ਵਰਤਦੀ ਹੈ, ਗੁਰੂ ਦੀ ਰਹਿਮਤਾਂ ਵਰਤਦੀਆਂ ਨੇ, ਉਹ ਵਿਕਾਰੀ ਮਨੁੱਖ, ਔਗਣਾਂ ਦੇ ਨਾਲ ਭਰਿਆ ਹੋਇਆ ਮਨੁੱਖ ਵੀ ਪਾਵਨ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਲੋਹੇ ਤੋਂ ਕਹਿਣ ਤੋਂ ਭਾਵ ਸੋਨਾ ਬਣ ਜਾਂਦਾ ਹੈ, ਉਹਦਾ ਮੁੱਲ ਪੈ ਜਾਂਦਾ ਹੈ। ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਤ੍ਰਿਸ਼ਟ ਤੋਂ ਭਾਵ ਹੈ ਟਿਕ ਜਾਣਾ, ਵੀ ਗੁਰੂ ਨਾਮ ਦੀ ਦਾਤ ਬਖਸ਼ਦਾ ਹੈ ਜੋ ਆਤਮਿਕ ਜੀਵਨ ਦੇਣ ਵਾਲਾ ਹੈ। ਏਕ ਨਾਮ ਅੰਮ੍ਰਿਤ ਉਹ ਦੇਵੈ, ਅੰਮ੍ਰਿਤਮਈ ਨਾਮ ਗੁਰੂ ਝੋਲੀ ਵਿੱਚ ਪਾਉਂਦਾ ਹੈ ਜਦੋਂ ਮਨੁੱਖ ਸੰਗਤ ਵਿੱਚ ਆਉਂਦਾ ਹੈ। ਨਾਮ ਦੀ ਦਾਤ ਬਖਸ਼ਦਾ ਹੈ ਜਿਹਦੇ ਨਾਲ ਆਤਮਿਕ ਜੀਵਨ ਮਿਲਦਾ ਹੈ, ਤੇ ਜਿਹਦੇ ਨਾਲ ਫਿਰ ਮਨ ਤਨ ਦੋਨੋਂ ਟਿਕ ਜਾਂਦੇ ਨੇ, ਮਨ ਭਟਕਣ ਤੋਂ ਰੁਕ ਜਾਂਦਾ ਹੈ। ਨਾਨਕ ਤ੍ਰਿਸ਼ਟਸ ਦੇਹਾ, ਸਰੀਰ ਵੀ ਟਿਕ ਜਾਂਦਾ ਹੈ ਤੇ ਮਨ ਵੀ ਗੁਰੂ ਚਰਨਾਂ ਵਿੱਚ ਟਿਕ ਜਾਂਦਾ ਹੈ। ਤੇ ਮਨ ਨੂੰ ਜਿਹੜਾ ਟਿਕਾਉਣਾ ਸਭ ਤੋਂ ਔਖਾ ਹੈ, ਮਨ ਤੇ ਕਾਬੂ ਪਾਉਣਾ ਸਭ ਤੋਂ ਔਖਾ ਹੈ। ਗੁਰਬਾਣੀ ਕਹਿੰਦੀ ਹੈ ਮਨ ਜੀਤੇ ਜਗ ਜੀਤ, ਪਰ ਸੰਗਤ ਵਿੱਚ ਆਇਆ ਗੁਰੂ ਸਾਹਿਬ ਆਖਦੇ ਨੇ ਭਾਈ ਤੂੰ ਮਨ ਨੂੰ ਜਿੱਤ ਲਵੇਂਗਾ। ਜਿਹਨੇ ਮਨ ਜਿੱਤ ਲਿਆ ਉਹਨੇ ਮਨ ਨੂੰ ਜਗ ਜਿੱਤ ਲਿਆ। ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ ਵੀ ਸੰਸਾਰ ਤੇ ਰਹਿੰਦੇ ਆ ਅਸੀਂ ਜੈਸੇ ਵੀ ਕਰਮ ਕਰ ਰਹੇ ਹਾਂ, ਚੰਗੇ ਕਰ ਰਹੇ ਹਾਂ, ਮਾੜੇ ਕਰ ਰਹੇ ਹਾਂ, ਸਾਡਾ ਇੱਕ ਇੱਕ ਕੀਤਾ ਹੋਇਆ ਕਰਮ ਸੰਸਕਾਰ ਉਹ ਲਿਖਿਆ ਜਾ ਰਿਹਾ ਹੈ, ਉਹਦਾ ਅਸੀਂ ਲੇਖਾ ਦੇਣਾ ਹੈ, ਉਹਦਾ ਹਿਸਾਬ ਕਿਤਾਬ ਹੋਣਾ ਹੈ। ਸੋ ਇਸ ਕਰਕੇ ਚੰਗੇ ਕਰਮ ਕਰੀਏ ਤਾਂ ਜੋ ਜਮਾਂ ਦੀ ਮਾਰ ਨਾ ਸਿਹੜਨੀ ਪਵੇ। ਤੇ ਦੂਜੀ ਗੱਲ ਸਮਝਾਈ ਹੈ ਵੀ ਭਾਵੇਂ ਮਨੁੱਖ ਨੇ ਕਿੰਨੇ ਔਗਣ ਕਿਉਂ ਨਾ ਕੀਤੇ ਹੋਣ, ਲੋਹੇ ਵਰਗਾ ਮਨੁੱਖ ਵੀ ਜਦੋਂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਗੁਰੂ ਕਿਰਪਾ ਕਰਦਾ ਹੈ, ਉਸ ਨੂੰ ਸੋਨੇ ਵਰਗਾ ਨਿਰਮਲ ਪਾਵਨ ਪਵਿੱਤਰ ਬਣਾ ਦਿੰਦਾ, ਉਹਦਾ ਮੁੱਲ ਪੈ ਜਾਂਦਾ ਹੈ, ਉਹ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦਾ ਹੈ। ਸੋ ਅਰਦਾਸ ਕਰੀ ਵਾਹਿਗੁਰੂ ਕੇ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਇਹੋ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।